TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਚੋਣ ਦੰਗਲ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਦੋਸਤੋ, ਹਰ ਰੋਜ਼ ਇੱਕ ਦਿਨ ਘਟਦਾ ਜਾ ਰਿਹਾ ਹੈ। ਉਮੀਦਵਾਰਾਂ ਦੀ ਦੌੜ ਲੱਗੀ ਹੋਈ ਹੈ, ਭੱਜੇ ਫਿਰਦੇ ਹੈ, ਹਰਲ ਹਰਲ ਕਰਦੇ ਫਿਰਦੇ ਹੈ। ਸਾਰੀਆਂ ਹੀ ਰਾਜਸੀ ਧਿਰਾਂ, ਸਾਰੇ ਰਾਜਸੀ ਲੀਡਰ ਸਿਰਫ ਤੇ ਸਿਰਫ ਚੋਣ ਜਿੱਤਣਾ ਚਾਹੁੰਦੇ ਹੈ। ਪਰ ਇਹ ਚੋਣਾਂ ਜਿੱਤਣ ਦੇ ਵਾਸਤੇ ਭੁਲੇਖੇ ਕਿਵੇਂ ਪਾਉਂਦੇ ਰਹੇ ਆ ਤੇ ਕਿਵੇਂ ਪਾਉਣਗੇ, ਅੱਜ ਆਪਾਂ ਇਹਦੇ ਬਾਬਤ ਲੇਖਾ ਜੋਖਾ ਕਰਾਂਗੇ। ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਹੈ, ਕੋਈ ਵੀ ਪੋਲੀਟੀਕਲ ਲੀਡਰ ਹੈ, ਹਰ ਇੱਕ ਧਿਰ ਚੋਣ ਜਿੱਤਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਅਪਣਾਊ ਪਰ ਅਪਣਾਉਂਦੀਆਂ ਰਹੀਆਂ ਨੇ। ਉਹ ਲਾਰੇ ਵੀ ਲਾਉਣਗੀਆਂ, ਉਹ ਵਾਅਦੇ ਵੀ ਕਰ ਸਕਦੀਆਂ ਨੇ, ਉਹ ਦਾਅਵੇ ਵੀ ਕਰ ਸਕਦੀਆਂ ਨੇ, ਉਹ ਝੂਠ ਬੋਲ ਸਕਦੀਆਂ ਨੇ, ਉਹ ਫਰੇਬ ਕਰ ਸਕਦੀਆਂ ਨੇ, ਉਹ ਠੱਗੀ ਮਾਰ ਸਕਦੀਆਂ ਨੇ। ਕੁੱਲ ਮਿਲਾ ਕੇ ਇਹ ਆਖਿਆ ਜਾ ਸਕਦਾ ਹੈ ਕਿ ਸ਼ਰਮ ਸ਼ਰਮਨਾ ਦੀ ਇਹਨਾਂ ਕੋਲ ਕੋਈ ਚੀਜ਼ ਨਹੀਂ ਹੋਣੀ। ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਤੋਂ ਇਹਨਾਂ ਨੂੰ ਕੋਈ ਖਤਰਾ ਨਹੀਂ ਹੋਣਾ। ਚੋਣ ਜਿੱਤਣ ਤੋਂ ਬਾਅਦ ਕੱਲੇ ਕੱਲੇ ਮਾੜਕੂ ਦੇ ਲੀਡਰ ਕੋਲ ਵੀ ਕਈ ਗਨਮੈਨ ਹੋਣਗੇ। ਅੱਜ ਤੁਹਾਡੇ ਦਰਵਾਜ਼ਿਆਂ ਤੇ ਆਉਂਦੇ ਨੇ, ਫਿਰ ਤੁਸੀਂ ਇਹਨਾਂ ਦੇ ਦਰਵਾਜ਼ਿਆਂ ਤੇ ਜਦੋਂ ਜਾਣਾ ਹੈ ਤੁਹਾਨੂੰ ਨਹੀਂ ਇਹਨਾਂ ਨੇ ਪੁੱਛਣਾ, ਪਰ ਹੁਣ ਜਦੋਂ ਤੁਹਾਡੇ ਦਰਵਾਜ਼ੇ ਤੇ ਆਉਣਗੇ ਤੁਸੀਂ ਇਹਨਾਂ ਨੂੰ ਜ਼ਰੂਰ ਪੁੱਛਣਾ ਹੈ ਕਿ ਭਾਈ ਵੋਟ ਦੱਸਿਓ ਕਿਉਂ ਪਾਈਏ। ਪਿਛਲੇ 5 ਸਾਲ ਜੇ ਪਹਿਲਾਂ ਤੁਹਾਡਾ ਉਹ ਵਿਧਾਇਕ ਸੀ ਜਾਂ ਉਹ ਤੋਂ ਪਹਿਲੇ 5 ਸਾਲ ਰਿਹਾ ਸੀ, ਸਾਬਕਾ ਜਾਂ ਮੌਜੂਦਾ, ਪੁੱਛਿਓ ਕਿ ਦੱਸੋਗੇ ਕਿ ਤੁਸੀਂ ਕੰਮ ਕਿਹੜੇ ਕਿਹੜੇ ਕੀਤੇ ਸੀ, ਦੱਸੋਗੇ ਕਿ ਤੁਸੀਂ ਸਾਡੀ ਵੋਟ ਦੇ ਹੱਕਦਾਰ ਕਿਉਂ। ਝਿਜਕ ਮਹਿਸੂਸ ਨਾ ਕਰਿਓ, ਤੁਹਾਡਾ ਕੱਖ ਵਿਗਾੜ ਨਹੀਂ ਸਕਦੇ ਤੇ ਤੁਸੀਂ ਇਹਨਾਂ ਨੂੰ ਸੱਤਾ ਤੋਂ ਲਾਂਭੇ ਕਰ ਸਕਦੇ ਹੋ। ਇਸ ਵਕਤ ਤੁਸੀਂ ਰਾਜੇ ਹੋ, ਪਰ 20 ਫਰਵਰੀ ਤੱਕ ਚੇਤੇ ਰੱਖਿਓ, ਇਹਨਾਂ ਦਿਨਾਂ 'ਚ ਗਧੇ ਨੂੰ ਬਾਪ ਕਹਿਣ ਤੱਕ ਜਾਣਗੇ। ਨੈਤਿਕ ਕਦਰਾਂ ਕੀਮਤਾਂ ਸ਼ਾਇਦ ਜਿਨ੍ਹਾਂ ਦਾ ਆਪਾਂ ਜ਼ਿਕਰ ਰੋਜ਼ਾਨਾ ਕਰਦੇ ਹਾਂ ਇਹਨਾਂ ਕੋਲ ਹੈ ਨਹੀਂ। ਸ਼ਾਇਦ ਆਮ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸੋਚਦਾ ਹੈ, ਫਿਰ ਕੋਈ ਫੈਸਲਾ ਕਰਦਾ ਹੈ ਤੇ ਇਹਨਾਂ ਤੋਂ ਕੋਈ ਵੀ ਫੈਸਲਾ ਕਰਵਾ ਲਿਓ, ਕਹਿਣਗੇ ਹਾਂਜੀ ਹੋ ਜਾਊਗਾ। ਪਰ ਚੋਣਾਂ ਜਿੱਤਣ ਤੋਂ ਪਹਿਲਾਂ ਪਹਿਲਾਂ ਰਾਜਸੀ ਆਗੂ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾਉਣਗੇ ਤੇ ਇੱਕ ਆਹ ਜਿਹੜਾ ਹੱਥ ਕੰਡਾ ਅਕਸਰ ਪਿਛਲੀਆਂ ਚੋਣਾਂ 'ਚ ਅਪਣਾਇਆ ਜਾਂਦਾ ਰਿਹਾ ਤੇ ਕਈਆਂ ਥਾਵਾਂ ਤੇ ਇਸ ਵਾਰ ਵੀ ਅਪਣਾਇਆ ਗਿਆ ਹੈ। ਉਹ ਇਹ ਜਦੋਂ ਲੱਗਦਾ ਕਿ ਯਾਰ ਇਸ ਵਾਰ ਪੋਜੀਸ਼ਨ ਕਾਫੀ ਟਾਈਟ ਹੈ, ਫਿਰ ਕਿਉਂ ਨਾ ਕਰੀਏ, ਸੇਮ ਨਾਂ ਵਾਲਾ ਬੰਦਾ ਲਿਆ ਕੇ ਖੜਾ ਕਰ ਲਓ। ਕਿਤੇ ਕੋਈ ਭੁਲੇਖੇ 'ਚ ਹੀ ਬੰਦਾ ਜਿਹੜੀ ਇਸ ਬੰਦੇ ਨੂੰ ਵੋਟ ਪੈਣੀ ਸੀ ਉਹ ਨਾਲ ਹੀ ਦੂਸਰੇ ਨੂੰ ਪੈ ਗਈ, ਚਲੋ ਥੋੜੀ ਬਹੁਤੀਆਂ ਵੋਟਾਂ ਦਾ ਤਾਂ ਫਰਕ ਪਊਗਾ। ਕਈ ਵਾਰੀ ਬਹੁਤ ਸਾਰੀਆਂ ਸੀਟਾਂ ਦੇ ਉੱਤੋਂ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਇਹ ਹੁੰਦਾ ਕਿ ਬਹੁਤ ਟਾਈਟ ਫਾਈਟ ਹੁੰਦੀ ਹੈ, ਬਹੁਤ ਫਸਵਾਂ ਮੁਕਾਬਲਾ ਹੁੰਦਾ ਹੈ। ਇਸ ਕਰਕੇ 2-2, 400 ਵੋਟਾਂ ਵੀ ਬਹੁਤ ਮਾਇਨੇ ਰੱਖਦੀਆਂ ਨੇ ਕਿਸੇ ਨੂੰ ਹਰਾਉਣ ਜਾਂ ਜਿਤਾਉਣ ਦੇ ਵਾਸਤੇ। ਹੁਣ ਚੋਣ ਮੈਦਾਨ ਦੇ ਵਿੱਚ, ਸਿਆਸੀ ਪਿੜ ਦੇ ਵਿੱਚ ਇੱਕੋ ਹੀ ਤਰ੍ਹਾਂ ਦੇ ਨਾਮ ਵਾਲੇ ਵਿਅਕਤੀਆਂ ਨੂੰ ਜੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣ ਦੀ ਗੱਲ ਆਖੀਏ ਤਾਂ ਇਹ ਵਰਤਾਰਾ ਕੋਈ ਬਹੁਤਾ ਪੁਰਾਣਾ ਨਹੀਂ। ਵੋਟਰਾਂ ਨੂੰ ਭੰਬਲ ਭੂਸੇ 'ਚ ਤਾਂ ਇਹਨਾਂ ਨੇ ਪਾਉਣਾ ਹੈ। ਰਾਜਸੀ ਧਿਰਾਂ ਨੇ ਹਰ ਹੀਲਾ ਵਰਤਣਾ ਹੈ ਜਿਹਦੇ ਨਾਲ ਆਪਣੇ ਨਿਕਟ ਵਿਰੋਧੀ ਨੂੰ ਹਰਾ ਸਕਣ ਤੇ ਆਪ ਜਿੱਤ ਸਕਣ। ਆਪਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕੇ ਤੋਂ ਹੀ ਸ਼ੁਰੂਆਤ ਕਰਦੇ ਹਾਂ। ਸ਼੍ਰੀ ਚਮਕੌਰ ਸਾਹਿਬ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਸੀ, ਪਿਛਲੀ ਵਾਰੀ ਵੀ, ਇਸ ਵਾਰੀ ਵੀ ਨੇ। ਤੁਸੀਂ ਕਹੋਗੇ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਕਿਉਂ, ਉਹ ਭਾਈ ਹਲਕਾ ਭਦੌੜ ਤੋਂ ਵੀ ਉਮੀਦਵਾਰ ਨੇ। ਪਰ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਡਾਕਟਰ ਚਰਨਜੀਤ ਸਿੰਘ ਚੰਨੀ ਨੂੰ ਉਮੀਦਵਾਰ ਬਣਾਇਆ। ਦੱਸਣਾ ਬਣਦਾ ਹੈ ਕਿ ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ 'ਚ ਇਸ ਵਕਤ ਵੀ ਚਰਨਜੀਤ ਸਿੰਘ ਚੰਨੀ ਇਸ ਵਾਰ ਫਿਰ ਚੋਣ ਲੜ ਰਹੇ ਨੇ, ਔਰ ਬਹੁਤਾ ਫਰਕ ਨਹੀਂ ਸੀ। 12,000 ਵੋਟਾਂ ਦੇ ਫਰਕ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਜਿੱਤ ਦਰਜ ਕੀਤੀ ਸੀ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਾਲ 2014 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਲੜੀਆਂ ਸੀ, ਅਰੁਣ ਜੇਤਲੀ ਦੇ ਖਿਲਾਫ ਲੜੀਆਂ ਸੀ, ਤਾਂ ਉਸ ਹਲਕੇ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਨਿਤਰਿਆ ਸੀ, ਉਹਦਾ ਨਾਮ ਵੀ ਅਮਰਿੰਦਰ ਸਿੰਘ ਸੀ। ਇਸੇ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਤਾਂ ਉਸ ਵਕਤ ਹੱਕੇ ਬੱਕੀ ਰਹਿ ਗਏ ਸੀ ਜਦੋਂ ਉਹਨਾਂ ਦੇ ਮੁਕਾਬਲੇ ਹਲਕਾ ਬਠਿੰਡਾ ਦੇ ਵਿੱਚ 2014 'ਚ ਇੱਕ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਨਿਤਰਿਆ ਤੇ ਉਹਦਾ ਨਾਮ ਵੀ ਮਨਪ੍ਰੀਤ ਸਿੰਘ ਬਾਦਲ ਸੀ। ਲੋਕ ਹੈਰਾਨ ਸੀ ਕਿ ਕਿਹੜਾ ਮਨਪ੍ਰੀਤ ਬਾਦਲ ਹੈ ਵੀ ਇਹ। ਆਜ਼ਾਦ ਉਮੀਦਵਾਰ ਦਾ ਚੋਣ ਨਿਸ਼ਾਨ ਵੀ ਪਤੰਗ ਸੀ, ਜੋ ਚੋਣ ਪ੍ਰਚਾਰ ਬਿਲਕੁਲ ਕਿਤੇ ਕਰਦਾ ਨਜ਼ਰ ਨਹੀਂ ਸੀ। ਲੋਕਾਂ ਨੇ ਉਸ ਬੰਦੇ ਨੂੰ ਦੇਖਿਆ ਵੀ ਨਹੀਂ ਸੀ।
ਤਾਂ ਵੀ ਉਸ ਵਿਅਕਤੀ ਨੂੰ 4600 ਤੇ 18 ਵੋਟਾਂ ਪੈ ਗਈਆਂ ਸੀ। ਇਹ ਭੰਬਲ ਭੂਸਾ ਹਰ ਤਰ੍ਹਾਂ ਹਰ ਵਾਰ ਬਰਕਰਾਰ ਰਹਿੰਦਾ, ਕਿਸੇ ਚੋਣ 'ਚ ਵੱਧ ਹੁੰਦਾ ਹੈ ਤੇ ਕਿਸੇ ਚੋਣ 'ਚ ਘੱਟ ਹੁੰਦਾ ਹੈ। ਕਿਉਂਕਿ ਬਹੁਤੀ ਵਾਰੀ ਅਸੀਂ ਉਸ ਬੰਦੇ ਨੂੰ ਦੇਖਿਆ ਨਹੀਂ ਹੁੰਦਾ, ਜਿੱਥੋਂ ਮੈਂ ਸ਼ੁਰੂ ਕੀਤਾ ਸੀ ਪ੍ਰੋਗਰਾਮ, ਕਿ ਉਹ ਉਮੀਦਵਾਰ ਤਾਂ ਸਿਰਫ ਚੋਣਾਂ ਵਕਤ ਆਉਂਦਾ, ਸਾਨੂੰ ਤਾਂ ਉਹਦੀ ਪਛਾਣ ਵੀ ਨਹੀਂ ਹੁੰਦੀ। ਬਜ਼ੁਰਗ ਬੰਦਿਆਂ ਨੇ ਕਈ ਵਾਰੀ ਨਾਂ ਹੀ ਸੁਣਿਆ ਹੁੰਦਾ ਵੀ ਸਾਡੇ ਚਰਨਜੀਤ ਸਿੰਘ ਚੰਨੀ ਖੜਾ। ਹੁਣ ਜੇ ਤਾਂ ਇਹ ਆਮ ਲੋਕਾਂ 'ਚ ਆਉਂਦੇ ਜਾਂਦੇ ਹੁਣ ਫਿਰ ਤਾਂ ਲੋਕ ਭੁਲੇਖਾ ਨਾ ਖਾਣ। ਜੇ ਲੋਕਾਂ ਨੇ ਮਨਪ੍ਰੀਤ ਬਾਦਲ ਸੱਚੀ ਨੇੜਿਓਂ ਦੇਖਿਆ ਹੋਵੇ ਫਿਰ ਤਾਂ ਲੋਕ ਭੁਲੇਖਾ ਨਾ ਖਾਣ। ਜੇ ਕੈਪਟਨ ਅਮਰਿੰਦਰ ਸਿੰਘ ਅਮਰਿੰਦਰ ਬਣ ਕੇ ਲੋਕਾਂ 'ਚ ਵਿਚਰਦਾ ਹੋਵੇ ਫਿਰ ਤਾਂ ਲੋਕ ਭੁਲੇਖਾ ਨਾ ਖਾਣ। ਪਰ ਕਈ ਵਾਰੀ ਬਟਨ ਨੱਪਣ ਵੇਲੇ ਲੋਕ ਨਾਂ ਦਾ ਭੁਲੇਖਾ ਖਾਂਦੇ ਹੈ। ਤੇ ਇਹ ਜਿਹੜਾ ਹੇਰ ਫੇਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਹ ਚਾਲ ਬਾਹਲੀ ਵਾਰੀ ਸਫਲਤਾ ਨਹੀਂ ਹੋਈ। ਪਰ ਸਿਆਸੀ ਘੁਣਤਰਾਂ ਨੇ ਇਹ 2002 ਤੋਂ ਸ਼ੁਰੂ ਹੋਈਆਂ ਨੇ, ਉਹਦੇ ਤੋਂ ਬਾਅਦ ਇਹ ਲਗਾਤਾਰ ਰੁਝਾਨ ਵੇਖਿਆ ਜਾ ਰਿਹਾ ਹੈ। 2017 ਜਿਹੜੀਆਂ ਪਿਛਲੀਆਂ ਚੋਣਾਂ ਸੀ, ਉਹਦੇ ਵਿੱਚ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੀ ਮਨਪ੍ਰੀਤ ਸਿੰਘ ਇਆਲੀ। ਉਸੇ ਹਲਕੇ ਤੋਂ ਇੱਕ ਹੋਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਆ ਗਿਆ, ਉਹਦਾ ਨਾਂ ਸੀ ਮਨਪ੍ਰੀਤ ਸਿੰਘ ਅਕਾਲੀ। ਤੁਸੀਂ ਦੇਖੋ ਕਿ ਅਕਾਲੀ ਦਲ ਦੇ ਅਗਲਾ ਕਹਿੰਦਾ ਯਾਰ ਮਨਪ੍ਰੀਤ ਅਕਾਲੀ ਕਿਤੇ ਉਹੀ ਨਾ ਅਕਾਲੀ ਹੋਵੇ, ਪਰ ਜਿੱਤਿਆ ਨਹੀਂ ਸੀ। ਇਸੇ ਤਰ੍ਹਾਂ ਹਲਕਾ ਰਾਮਪੁਰਾ ਫੂਲ ਦੇ ਵਿੱਚ ਜਿੱਥੇ ਰਵਾਇਤੀ ਵਿਰੋਧੀ ਕਾਂਗਰਸੀ ਤੇ ਅਕਾਲੀ ਇੱਕ ਦੂਸਰੇ ਦੇ ਸਾਹਮਣੇ ਸੀ, ਅਕਾਲੀਆਂ ਵੱਲੋਂ ਸਿਕੰਦਰ ਸਿੰਘ ਮਲੂਕਾ ਤੇ ਕਾਂਗਰਸ ਦੇ ਵੱਲੋਂ ਗੁਰਪ੍ਰੀਤ ਕਾਂਗੜ ਸੀ, ਉਹਨਾਂ ਦੇ ਦਰਮਿਆਨ 2017 ਦੀਆਂ ਚੋਣਾਂ ਦੇ ਵਿੱਚ ਰਾਮਪੁਰਾ ਫੂਲ ਤੋਂ ਇਕੱਲਾ ਗੁਰਪ੍ਰੀਤ ਕਾਂਗੜੀ ਚੋਣ ਮੈਦਾਨ 'ਚ ਨਹੀਂ ਸੀ, 3 ਹੋਰ ਗੁਰਪ੍ਰੀਤ ਜਿਨ੍ਹਾਂ ਦਾ ਨਾਂ ਸੀ ਉਹ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਸੀ। ਇਸੇ ਤਰ੍ਹਾਂ ਅਕਾਲੀਆਂ ਦੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਵੀ ਇਕੱਲੇ ਨਹੀਂ ਸੀ ਤੇ ਇੱਕ ਹੋਰ ਸਿਕੰਦਰ ਸਿੰਘ ਵੀ ਉਸੇ ਹਲਕੇ ਤੋਂ ਚੋਣ ਮੈਦਾਨ 'ਚ ਸੀ। ਇਸੇ ਤਰ੍ਹਾਂ 2007 ਦੀਆਂ ਚੋਣਾਂ ਦੇ ਵਿੱਚ ਇਸੇ ਹਲਕੇ ਤੋਂ ਇੱਕੋ ਹੀ ਵੇਲੇ 3 ਸਿਕੰਦਰ ਅਤੇ 2 ਗੁਰਪ੍ਰੀਤ ਚੋਣ ਲੜ ਰਹੇ ਸੀ। 2012 ਦੀਆਂ ਚੋਣਾਂ ਵਿੱਚ ਮਜੀਠਾ ਹਲਕੇ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਇੱਕ ਹੋਰ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਵੀ ਚੋਣ ਮੈਦਾਨ 'ਚ ਨਿਤਰਿਆ ਹੋਇਆ ਸੀ ਤੇ ਵਿਰੋਧੀ ਕਾਂਗਰਸੀ ਉਮੀਦਵਾਰ ਸੀ ਸੁਖਜਿੰਦਰ ਰਾਜ ਸਿੰਘ, ਜਿਹਨੂੰ ਆਪਾਂ ਲਾਲੀ ਮਜੀਠੀਆ ਕਹਿੰਦੇ ਆ। ਸੁਖਜਿੰਦਰ ਰਾਜ ਸਿੰਘ ਦੇ ਬਰਾਬਰ ਵੀ ਇੱਕ ਹੋਰ ਆਜ਼ਾਦ ਉਮੀਦਵਾਰ ਸੁਖਜਿੰਦਰ ਸਿੰਘ, ਉਹ ਵੀ ਚੋਣ ਮੈਦਾਨ 'ਚ ਸੀ। ਪਤਾ ਨਹੀਂ ਵੀ ਪਾਰਟੀਆਂ ਵਾਲੇ ਫਿਰ ਕਿੱਥੋਂ ਕਿੱਥੋਂ ਲੱਭ ਕੇ ਲਿਆਉਂਦੇ ਆ ਵੀ ਦੱਸ ਵੀ ਤੇਰਾ ਨਾਂ ਕੀ ਹੈ, ਕਿਸ ਤਰ੍ਹਾਂ ਮਨਪ੍ਰੀਤ ਹੈ ਆ ਜਾ ਬਈ, ਕੈਪਟਨ ਹੈ ਅਮਰਿੰਦਰ ਹੈ ਆ ਜਾ ਬਈ, ਸਿਕੰਦਰ ਹੈ ਆ ਜਾ ਬਈ, ਗੁਰਪ੍ਰੀਤ ਹੈ ਆ ਜਾ ਬਈ, ਚੰਨੀ ਹੈ ਆ ਜਾ ਬਈ। ਇਸੇ ਤਰ੍ਹਾਂ 2017 ਦੇ ਵਿੱਚ ਹਲਕਾ ਜ਼ੀਰਾ ਤੋਂ ਇਹ ਪਛਾਣ ਦਾ ਸੰਕਟ ਸਭ ਤੋਂ ਵੱਡਾ ਖੜਾ ਹੋਇਆ ਸੀ, ਜਦੋਂ ਇੱਕੋ ਹੀ ਵੇਲੇ 4 ਕੁਲਵੀਰ ਚੋਣ ਮੈਦਾਨ 'ਚ ਸੀ। ਇੱਕ ਕਾਂਗਰਸੀ ਕੁਲਵੀਰ ਸਿੰਘ, ਬਾਕੀ ਦੇ 3 ਹੀ ਕੁਲਵੀਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ 'ਚ ਸੀ। ਉੱਥੋਂ ਹੀ ਆਪ ਦੇ ਉਮੀਦਵਾਰ ਸੀ ਗੁਰਪ੍ਰੀਤ ਸਿੰਘ। ਗੁਰਪ੍ਰੀਤ ਸਿੰਘ ਵੀ ਇਕੱਲਾ ਨਹੀਂ ਸੀ, ਉਹਦੇ ਸਾਹਮਣੇ ਵੀ 3 ਹੋਰ ਗੁਰਪ੍ਰੀਤ ਸਿੰਘ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਸੀ। 2007 ਦੀਆਂ ਚੋਣਾਂ ਦੇ ਵਿੱਚ ਹਲਕਾ ਸਮਰਾਲਾ ਤੋਂ ਕਾਂਗਰਸੀ ਉਮੀਦਵਾਰ ਅਮਰੀਕ ਸਿੰਘ ਢਿੱਲੋਂ, ਅਮਰੀਕ ਸਿੰਘ ਚੋਣ ਮੈਦਾਨ ਦੇ ਵਿੱਚ ਇਕੱਲੇ ਅਮਰੀਕ ਨਹੀਂ ਸੀ, 2 ਹੋਰ ਅਮਰੀਕ ਵੀ ਚੋਣ ਮੈਦਾਨ ਵਿੱਚ ਆਜ਼ਾਦ ਉਮੀਦਵਾਰ ਵਜੋਂ ਉਤਰੇ ਹੋਏ ਸੀ। ਇਸੇ ਤਰ੍ਹਾਂ ਹਲਕਾ ਧਾਰੀਵਾਲ ਤੋਂ ਸੁੱਚਾ ਸਿੰਘ ਨਾਮ ਦੇ ਵੀ 3 ਉਮੀਦਵਾਰ ਆਮੋ ਸਾਹਮਣੇ ਸੀ। ਇੱਕ ਸੀ ਸੁੱਚਾ ਸਿੰਘ ਲੰਗਾਹ, ਦੂਸਰੇ ਸਨ ਸੁੱਚਾ ਸਿੰਘ ਛੋਟੇਪੁਰ, ਤੀਸਰੇ ਆਜ਼ਾਦ ਸੁੱਚਾ ਸਿੰਘ ਚੋਣ ਮੈਦਾਨ ਸੀ। ਅਬੋਹਰ ਹਲਕੇ ਤੋਂ ਸੁਨੀਲ ਜਾਖੜ ਦੇ ਸਾਹਮਣੇ ਵੀ ਸੁਨੀਲ ਕੁਮਾਰ ਇੱਕ ਹੋਰ ਚੋਣ ਮੈਦਾਨ ਸੀ। 1997 ਦੀਆਂ ਚੋਣਾਂ ਦੇ ਵਿੱਚ ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ ਦੇ ਸਾਹਮਣੇ ਚੋਣ ਮੈਦਾਨ ਦੇ ਵਿੱਚ ਇੱਕ ਹੋਰ ਹਰਜਿੰਦਰ ਸਿੰਘ ਡਟੇ ਸਨ। 2017 ਦੀਆਂ ਚੋਣਾਂ ਦੇ ਵਿੱਚ ਬਟਾਲਾ ਹਲਕੇ ਤੋਂ 3 ਅਸ਼ਵਨੀ ਚੋਣ ਮੈਦਾਨ 'ਚ ਸੀ। 2012 ਦੀਆਂ ਚੋਣਾਂ ਦੇ ਵਿੱਚ ਫਰੀਦਕੋਟ ਹਲਕੇ ਤੋਂ 3 ਅਵਤਾਰ ਸਿੰਘ ਚੋਣ ਮੈਦਾਨ ਵਿੱਚ ਸੀ। ਸਿਆਸੀ ਧਿਰਾਂ ਦੀ ਇਹ ਜਿਹੜੀ ਚਾਲ ਹੈ, ਇਹ ਕੋਈ ਪਹਿਲੀ ਵਾਰੀ ਨਹੀਂ ਕਿ ਭੁਲੇਖੇ ਨਾਲ ਹੀ ਵੋਟ ਵੰਡ ਦਿੱਤੀ ਜਾਵੇ, ਭੁਲੇਖੇ ਨਾਲ ਹੀ ਵੋਟਾਂ ਤੋੜ ਦਿੱਤੀਆਂ ਜਾਣ। ਪਰ ਮੈਂ ਫੇਰ ਕਹਿਣਾ ਕਿ ਵੋਟਰਾਂ ਨੇ ਅੱਜ ਤੱਕ ਸਿਆਸਤਦਾਨਾਂ ਦੀ ਇਹ ਚਾਲ ਕਦੇ ਸਫਲ ਹੋਣ ਦਿੱਤੀ ਨਹੀਂ। ਜਿਹੜੇ ਵੀ ਮੁੱਖ ਉਮੀਦਵਾਰਾਂ ਦੇ ਨਾਮ ਵਾਲੇ ਚੋਣ ਮੈਦਾਨ ਵਿੱਚ ਹੋਰ ਆਜ਼ਾਦ ਉਮੀਦਵਾਰ ਆਉਂਦੇ ਨੇ, ਉਹਨਾਂ ਨੂੰ ਕਦੇ 600 ਤੋਂ ਵੱਧ ਵੋਟਾਂ ਨਹੀਂ ਪਈਆਂ। ਰਾਮਪੁਰਾ ਫੂਲ ਦੇ ਵਿੱਚ 400 ਤੋਂ ਵੱਧ ਨਹੀਂ ਸੀ ਪਈਆਂ, ਜੀਰਾ ਦੇ ਵਿੱਚ 550 ਤੋਂ ਜ਼ਿਆਦਾ ਨਹੀਂ ਸੀ ਪਈਆਂ, ਗੁਰੂ ਹਰਸਹਾਏ ਦੇ ਵਿੱਚ ਇਸ ਤਰ੍ਹਾਂ ਦੇ ਉਮੀਦਵਾਰਾਂ ਨੂੰ 450 ਤੋਂ ਜ਼ਿਆਦਾ ਵੋਟਾਂ ਪ੍ਰਤੀ ਉਮੀਦਵਾਰ ਨਹੀਂ ਸੀ ਪਈਆਂ। ਮਜੀਠਾ ਵਿੱਚ ਇਹ ਵੋਟਾਂ ਦਾ ਅੰਕੜਾ 350 ਤੋਂ ਵੀ ਘੱਟ ਰਿਹਾ ਸੀ। ਸਿਰਫ 2014 ਦੀ ਲੋਕ ਸਭਾ ਚੋਣ ਦੇ ਦੌਰਾਨ ਬਠਿੰਡਾ ਹਲਕੇ ਤੋਂ ਇੱਕ ਮਨਪ੍ਰੀਤ ਨੂੰ 4600 ਤੋਂ ਵੱਧ ਵੋਟਾਂ ਮਿਲ ਗਈਆਂ ਸੀ।
ਪਰ ਹੁਣ ਜੇ ਮੈਂ ਕਹਿ ਰਿਹਾ 600 ਤੋਂ ਵੱਧ ਨਹੀਂ ਸੀ ਪਈਆਂ, 350 ਤੋਂ ਵੱਧ ਨਹੀਂ ਸੀ ਪਈਆਂ, 550 ਤੋਂ ਵੱਧ ਨਹੀਂ ਸੀ ਪਈਆਂ, ਇਹ ਬਹੁਤ ਵੋਟਾਂ ਨੇ। ਪਿਛਲੀ ਵਾਰ ਦੇ ਚੋਣ ਨਤੀਜਿਆਂ ਤੇ ਜੇਕਰ ਨਜ਼ਰ ਮਾਰੀਏ ਤਾਂ ਕਈ ਚੋਣ ਹਲਕੇ ਨੇ ਜਿੱਥੇ ਬਹੁਤ ਘੱਟ ਵੋਟਾਂ ਦੇ ਫਰਕ ਨਾਲ ਜਿੱਤ ਹਾਰ ਹੋਈ ਸੀ। ਤੁਹਾਨੂੰ ਇੱਕ ਦਿਨ ਮੈਂ ਇਹ ਵੀ ਦੱਸਿਆ ਸੀ ਕਿ ਇੱਕ ਥਾਂ ਤੋਂ ਇੱਕ ਵਿਅਕਤੀ 7 ਵੋਟਾਂ ਨਾਲ ਹਾਰਦਾ ਤੇ ਇੱਕ ਥਾਂ ਤੋਂ ਇੱਕ ਵਿਅਕਤੀ 8 ਵੋਟਾਂ ਨਾਲ ਜਿੱਤਦਾ ਹੈ। ਹੁਣ ਜੇਕਰ ਇਸ ਤਰ੍ਹਾਂ ਸੇਮ ਨੇਮ ਵਾਲੇ ਵਿਅਕਤੀ ਕਿਤੋਂ 300 ਕਿਤੋਂ 500 ਕਿਤੋਂ 4600 ਵੋਟਾਂ ਲੈਣ ਦੇ ਵਿੱਚ ਕਾਮਯਾਬ ਹੁੰਦੇ ਨੇ ਤਾਂ ਇਹ ਕਿਸੇ ਨੂੰ ਜਿਤਾ ਸਕਦੇ ਆ ਤੇ ਦੂਸਰੇ ਬੰਦੇ ਨੂੰ ਹਰਾ ਸਕਦੇ ਆ। ਇਸ ਕਰਕੇ ਸਮੇਂ-ਸਮੇਂ ਤੇ ਸਿਆਸੀ ਧਿਰਾਂ ਨੇ ਬੜੇ ਹੱਥ ਕੰਡੇ ਅਪਣਾਏ ਅਤੇ ਅਪਣਾਉਣਗੇ। ਹੁਣ ਤੁਹਾਨੂੰ ਵੈਸੇ ਕੀੜੇ ਮਕੌੜੇ ਸਮਝਦੇ ਆ। ਰਾਜ ਬਰਾੜ ਦਾ ਗੀਤ ਹੈ ਕਿ ਕੀੜੀਆਂ ਦੇ ਘਰਾਂ 'ਚ ਨਰੈਣ ਆਉਣਗੇ, ਪਰ ਇਸ ਵਕਤ ਨਰੈਣ ਤੁਸੀਂ ਉਹ ਇਹ ਕੀੜੇ ਮਕੌੜਿਆਂ ਵਾਂਗੂ ਖੰਭ ਲਾ ਕੇ ਤੁਰੇ ਫਿਰਦੇ ਆ। ਮੈਂ ਹੈਰਾਨ ਹੈ ਕਿ ਇਸ ਵਕਤ ਜੇਕਰ ਕਿਸੇ ਵੀ ਉਮੀਦਵਾਰ ਨੂੰ ਫੋਨ ਕਰਕੇ ਕਹੋ ਕਿ ਮੁਲਾਕਾਤ ਕਰਨੀ ਹੈ, ਕਹਿੰਦੇ ਸਮਾਂ ਨਹੀਂ। ਜੇ ਅੱਜ ਸਮਾਂ ਨਹੀਂ ਤੇ ਜਿੱਤਣ ਤੋਂ ਬਾਅਦ ਇਹਨਾਂ ਕੋਲ ਸਮਾਂ ਕਦ ਹੋਊ? ਆਪੋ ਆਪਣੇ ਉਮੀਦਵਾਰ ਨੂੰ, ਉਹ ਕਿਸੇ ਵੀ ਪਾਰਟੀ ਦਾ ਆਵੇ, ਗੁਰੇਜ਼ ਕੋਈ ਨਾ ਕਰਿਓ ਸਵਾਲ ਪੁੱਛਣ ਤੋਂ। ਸਵਾਲ ਪੁੱਛਿਓ ਕਿ 2022 ਚੱਲ ਰਿਹਾ ਹੈ, 2022 ਤੱਕ ਘੱਟੋ ਘੱਟ ਭਾਜਪਾ ਨੂੰ ਵੀ ਪੁੱਛ ਲਿਓ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਆਖਿਆ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਣੀ ਆ, ਹੋਈ ਨਹੀਂ। MSP ਤੇ ਕਮੇਟੀ ਬਣਾਉਣ ਵਾਸਤੇ ਆਖਿਆ ਸੀ, ਬਣੀ ਨਹੀਂ। ਕਿਸਾਨਾਂ ਦੇ ਉੱਤੇ ਕਹਿੰਦੇ ਸੀ ਮੁਕੱਦਮੇ ਦਰਜ ਨੇ, ਮਾਫ ਕਰ ਦਿਆਂਗੇ, ਰੱਦ ਕਰ ਦਿਆਂਗੇ, ਹੋਏ ਨਹੀਂ। ਕਹਿੰਦੇ ਸੀ ਮੁਆਵਜ਼ਾ ਦੇ ਦਿਆਂਗੇ, ਮਿਲਿਆ ਨਹੀਂ। ਕੈਪਟਨ ਅਮਰਿੰਦਰ ਸਿੰਘ ਜਾਂ ਉਹਨਾਂ ਦੀ ਪਾਰਟੀ ਦੇ ਲੋਕ ਆਉਣ ਕੇ ਉਹਨਾਂ ਨੂੰ ਪੁੱਛੋ, ਘਰ ਘਰ ਰੁਜ਼ਗਾਰ ਦੇਣਾ ਸੀ, ਮਿਲਿਆ ਨਹੀਂ। ਨਸ਼ਾ ਖਤਮ ਕਰਨਾ ਸੀ, ਹੋਇਆ ਨਹੀਂ। ਇਸੇ ਤਰ੍ਹਾਂ ਬਾਕੀ ਦੀਆਂ ਜਿੰਨੀਆਂ ਧਿਰਾਂ ਵੀ ਆਉਣਗੀਆਂ, ਜਿਹਨੇ ਵੀ ਤੁਹਾਡੇ ਨਾਲ ਚੋਣ ਵਾਅਦੇ ਕੀਤੇ ਪਰ ਉਹ ਵਫਾ ਨਾ ਹੋਏ, ਇਕੱਲੇ ਨੂੰ ਪੁੱਛ ਲਿਓ ਤੇ ਨਾਲ ਇਹ ਪੁੱਛਿਓ ਕਿ ਤੁਸੀਂ ਭਵਿੱਖ ਦੇ ਵਿੱਚ ਅਸੀਂ ਆਹ ਕਰਾਂਗੇ, ਭਵਿੱਖ ਦੇ ਵਿੱਚ ਅਸੀਂ ਉਹ ਕਰਾਂਗੇ, ਇਹ ਕਹਿ ਕੇ ਵੋਟਾਂ ਮੰਗਦੇ ਹੋ। ਤੁਸੀਂ ਤਾਂ ਭਾਈ ਪਿਛਲੇ 5 ਸਾਲਾਂ ਤੋਂ ਸਰਕਾਰ ਚਲਾਉਂਦੇ ਸੀ, ਆਪਣੇ ਕੀਤੇ ਕੰਮਾਂ ਦਾ ਹਵਾਲਾ ਦੇ ਕੇ ਵੋਟ ਕਿਉਂ ਨਹੀਂ ਮੰਗਦੇ? ਅਕਾਲੀ ਭਾਜਪਾ ਵਾਲਿਆ 10 ਸਾਲ ਇਕੱਠੀ ਸਰਕਾਰ ਚਲਾਈ, ਉਹਨਾਂ ਨੂੰ ਪੁੱਛ ਲਿਓ ਕਿ ਤੁਸੀਂ ਉਹ ਪਿਛਲੇ 10 ਸਾਲ ਜਿਹੜੀ ਸਰਕਾਰ ਚਲਾਈ ਉਹਦੇ ਕੰਮ ਜੋ ਕੀਤੇ ਸੀ ਉਹ ਹਵਾਲਾ ਦੇ ਕੇ ਵੋਟ ਕਿਉਂ ਨਹੀਂ ਮੰਗਦੇ? ਸੋ ਇਹ ਗੱਲਾਂ ਆਪਣੇ ਚੇਤਿਆਂ 'ਚ ਰੱਖਿਓ, ਪੜ੍ਹਨੇ ਪਾ ਦਿਓ, ਕਿਉਂਕਿ 20 ਫਰਵਰੀ ਤੋਂ ਬਾਅਦ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ। 20 ਫਰਵਰੀ ਤੋਂ ਬਾਅਦ ਤੁਸੀਂ ਧੱਕੇ ਧੌਲੇ ਖਾਂਦੇ ਫਿਰਨਾ, ਤੁਸੀਂ ਠੇਡੇ ਖਾਣੇ ਆ। ਤੇ ਇਸ ਵਕਤ ਜਿਸ ਤਰ੍ਹਾਂ ਮੈਂ ਕਿਹਾ ਸੀ, ਇਹਨਾਂ ਨੂੰ ਤੁਹਾਡੇ ਤੋਂ ਡਰ ਨਹੀਂ ਲੱਗਦਾ। ਤੁਹਾਡੇ ਮੰਜੇ ਦੀ ਪੈਂਦ ਤੇ ਦੌਣ ਤੇ ਆ ਕੇ ਵੀ ਬੈਠਣਗੇ, ਚੁੱਭਦੀ ਨਹੀਂ। ਤੁਹਾਡੇ ਚੁੱਲ੍ਹੇ ਕੋਲ ਆ ਕੇ ਪੀੜੀ ਲੈ ਕੇ, ਫੱਟੀ ਲੈ ਕੇ ਉੱਤੇ ਬੈਠ ਕੇ ਰੋਟੀ ਵੀ ਖਾ ਜਾਣਗੇ ਹੱਥ ਤੇ ਧਰ ਕੇ, ਪਰ ਬਾਅਦ 'ਚ ਤੁਹਾਡੇ ਤੋਂ ਮੁਸ਼ਕ ਆਉਣਾ ਇਹਨਾਂ ਨੂੰ। ਇਸ ਕਰਕੇ ਆਹ ਸਮਾਂ, ਇਸ ਕੀਮਤੀ ਸਮੇਂ ਦਾ ਜ਼ਰੂਰ ਫਾਇਦਾ ਉਠਾ ਲਿਓ, ਨਹੀਂ ਤਾਂ ਫਿਰ 5 ਸਾਲ ਪਛਤਾਉਣ ਨਾਲ ਕੱਖ ਨਹੀਂ ਹੋਣਾ। ਮੇਰਾ ਹੋਕਾ ਦੇਣਾ ਫਰਜ਼ ਹੈ ਤੇ ਤੁਸੀਂ ਵੋਟ ਜ਼ਰੂਰ ਪਾਉਣੀ ਹੈ। ਅੱਜ ਤੱਕ ਜਿਹੜੇ ਇਹ ਕਹਿ ਕੇ ਵੋਟ ਨਹੀਂ ਪਾਉਂਦੇ ਕਿ ਕੁਝ ਬਦਲਿਆ ਨਹੀਂ ਜਾਣਾ, ਮੈਂ ਦਾਅਵੇ ਨਾਲ ਆਖ ਸਕਦਾ ਕਿ ਉਹਨਾਂ ਲੋਕਾਂ ਦੀ ਬਦੌਲਤ ਹੀ ਕੁਝ ਬਦਲਿਆ ਨਹੀਂ ਜਾਂਦਾ। ਜੇ ਕੁਝ ਬਦਲਣਾ ਹੋਵੇ ਤਾਂ ਸਾਨੂੰ ਚੋਣ ਬੂਥ ਤੱਕ ਜਾਣਾ ਪਊ, ਆਪਣੀ ਮਰਜ਼ੀ ਦੇ ਨਾਲ ਵੋਟ ਪਾਉਣੀ ਪਊ, ਕਿਸੇ ਨੂੰ ਜਿਤਾਉਣਾ ਪਊ ਤੇ ਕਿਸੇ ਜਿੱਤਣ ਵਾਲੇ ਨੂੰ ਹਰਾਉਣਾ ਪਊ। ਇਹਨਾਂ ਗੱਲਾਂ ਨੂੰ ਉਚੇਚੇ ਤੌਰ ਤੇ ਖਿਆਲ ਵਿੱਚ ਰੱਖਿਓ ਤੇ ਹੋ ਸਕਦਾ ਕਿ ਫਿਰ ਤੁਹਾਡੀ ਸੋਚ ਨੂੰ ਖੰਭ ਲੱਗਣ ਤੇ ਪੰਜਾਬ ਦੇ ਵਿੱਚ ਸਭ ਕੁਝ ਬਦਲਿਆ ਨਜ਼ਰ ਆਵੇ। ਨਹੀਂ ਤਾਂ ਫਿਰ ਰਾਮ ਰੌਲਾ ਪਾਉਣ ਦਾ ਫਾਇਦਾ ਕੋਈ ਨਹੀਂ ਹੋਣਾ ਜੇ ਤੁਸੀਂ ਵੋਟ ਪਾਉਣ ਹੀ ਨਾ ਨਿਕਲੇ। ਵੋਟ ਦਾ ਹੱਕ ਬੜਾ ਔਖਾ ਮਿਲਿਆ ਤੇ ਕਿਸ ਦਿਨ ਇਸ ਮਸਲੇ ਤੇ ਵੀ ਵਿਚਾਰ ਚਰਚਾ ਜ਼ਰੂਰ ਕਰਾਂਗੇ। ਤੇ ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਲੈਣਾ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।